ਲੜੀਵਾਰ ਕਥਾ 791 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। 18 ਪੌੜੀਆਂ ਸੋਹੀ ਦੀ ਵਾਰ ਦੀਆਂ ਸੰਪੰਨ ਹੋਈਆਂ ਨੇ। ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲ ਬਸੰਤੈ ਆਗਮਨ, ਪਹਿਲਾ ਮੋਲਿਓ ਸੋਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜਿਹੜੀ ਰੁੱਤ ਮੰਨੀ ਜਾਂਦੀ ਹੈ, 6 ਰੁੱਤਾਂ ਨੇ। ਸਭ ਤੋਂ ਪਹਿਲੀ ਰੁੱਤ ਬਸੰਤ ਰਿਤੂ, ਬਸੰਤ ਤੋਂ ਸ਼ੁਰੂਆਤ ਹੁੰਦੀ। ਜਿਵੇਂ ਨਾਨਕਸ਼ਾਹੀ ਸੰਮਤ ਦੀ ਆਰੰਭਤਾ ਚੇਤਰ ਦੀ ਸੰਕਰਾਂਤ ਤੋਂ ਹੁੰਦੀ ਹੈ। ਈਸਵੀ ਸਾਲ ਦੀ ਆਰੰਭਤਾ ਜਨਵਰੀ ਤੋਂ ਹੁੰਦੀ ਹੈ। ਸੰਮਤ ਬਿਕਰਮੀ ਦੀ ਆਰੰਭਤਾ ਵਿਸਾਖੀ ਵਾਲੇ ਦਿਨ ਹੁੰਦੀ ਹੈ। ਇਸੇ ਤਰ੍ਹਾਂ 6 ਰੁੱਤਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਰੁੱਤ ਜਿੱਥੋਂ ਆਰੰਭਤਾ ਮੰਨੀ ਜਾਂਦੀ ਹੈ ਉਹ ਬਸੰਤ ਰਿਤੂ ਹੈ, ਕਿਉਂਕਿ ਉਦੋਂ ਪੱਤੇ ਨਿਕਲਦੇ ਨੇ, ਫੁੱਲ ਨਿਕਲਦੇ ਨੇ, ਦਰਖਤ ਫੁੱਟਦੇ ਨੇ ਜ਼ਮੀਨ ਚੋਂ। ਇਸ ਕਰਕੇ ਉਹਨੂੰ ਕਿਹਾ ਜਾਂਦਾ ਪਹਿਲ ਬਸੰਤ ਹੈ। ਸਭ ਤੋਂ ਪਹਿਲਾਂ ਬਸੰਤ ਮੰਨੀ ਜਾਂਦੀ। ਇਹ ਮੰਨਣਾ ਹੈ ਲੋਕਾਂ ਦਾ ਕਿ ਜਦੋਂ ਸੰਸਾਰ ਬਣਿਆ ਸਭ ਤੋਂ ਪਹਿਲਾਂ ਜਿਹੜੀ ਰੁੱਤ ਬਣੀ ਸੀ ਉਹ ਬਸੰਤ ਦੀ ਸੀ। ਬਸੰਤ ਤੋਂ ਸੰਸਾਰ ਦੀ ਆਰੰਭਤਾ ਹੋਈ ਸੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਸੰਤ ਤੋਂ ਵੀ ਪਹਿਲਾਂ ਜਿਸ ਦਾ ਆਗਮਨ ਹੋਇਆ, ਜੋ ਬਸੰਤ ਦੀ ਰੁੱਤ ਤੋਂ ਵੀ ਪਹਿਲਾਂ ਸੀ, ਉਹਦੀ ਵਿਚਾਰ ਕਰੋ, ਪਾਰ ਬ੍ਰਹਮ ਪਰਮੇਸ਼ਰ ਸੀ। ਤੁਸੀਂ ਕਹਿੰਦੇ ਹੋ ਬਸੰਤ ਪਹਿਲੀ ਰੁੱਤ ਹੈ, ਠੀਕ ਹੈ, ਤੁਸੀਂ ਇਹ ਮੰਨਦੇ ਹੋ। ਪਰ ਜੋ ਬਸੰਤ ਤੋਂ ਵੀ ਪਹਿਲਾਂ ਸੀ, ਪਹਿਲ ਬਸੰਤ ਹੈ ਆਗਮਨ, ਬਸੰਤ ਦੇ ਆਗਮਨ ਤੋਂ ਵੀ ਪਹਿਲਾਂ ਮੌਲਿਓ ਸੋਏ, ਜਿਹੜਾ ਉਸ ਤੋਂ ਪਹਿਲਾਂ ਵੀ ਮੌਲਿਆ ਹੋਇਆ ਸੀ, ਖਿੜਿਆ ਹੋਇਆ ਸੀ। ਅਗਲੀ ਪੰਕਤੀ ਚ ਦੱਸਦੇ ਨੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਦੀ ਵਿਚਾਰ ਕਰੀਏ। ਗੁਰੂ ਘਰ ਦੇ ਵਿੱਚ ਰਾਗ ਬਸੰਤ ਨੂੰ ਗਾਇਨ ਕਰਨ ਦੀ ਮਰਿਆਦਾ ਹੈ। ਜਿਸ ਦਿਨ ਮਾਘ ਦੀ ਸੰਕਰਾਂਤ ਹੁੰਦੀ ਹੈ, ਉਸ ਦਿਨ ਤੋਂ ਅੰਮ੍ਰਿਤ ਵੇਲੇ ਤੋਂ ਬਸੰਤ ਰਾਗ ਦੀ ਆਰੰਭਤਾ ਹੁੰਦੀ। ਗੁਰੂ ਘਰ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਔਰ ਹੋਲੇ ਮਹੱਲੇ ਦੀ ਰਾਤ ਤੱਕ ਰਾਗ ਬਸੰਤ ਗਾਇਆ ਜਾਂਦਾ। ਪਰ ਮੌਸਮ ਦੀ ਪ੍ਰਕਿਰਿਆ ਮੁਤਾਬਕ ਬਸੰਤ ਰੁੱਤ ਫੱਗਣ ਤੇ ਚੇਤਰ ਦੇ ਵਿੱਚ ਆਰੰਭਤਾ ਮੰਨੀ ਜਾਂਦੀ ਹੈ। ਪਰ ਗੁਰੂ ਘਰ ਵਿੱਚ ਰਾਗ ਬਸੰਤ ਤਾਂ ਮਾਘ ਮਹੀਨੇ ਤੋਂ ਹੀ ਆਰੰਭ ਹੋ ਜਾਂਦਾ। ਕਈ ਵਾਰੀ ਕਈ ਸਵਾਲ ਕਰਦੇ ਨੇ ਕਿ ਬਸੰਤ ਰਿਤੂ ਤਾਂ ਫੱਗਣ ਚੇਤਰ ਦੇ ਵਿੱਚ ਸ਼ੁਰੂ ਹੋ ਰਹੀ, ਪਰ ਰਾਗ ਦੀ ਆਰੰਭਤਾ ਪਹਿਲਾਂ। ਉੱਥੇ ਕਿਹਾ ਜਾਂਦਾ, ਇਹ ਦ੍ਰਿਸ਼ਟਾਂਤ ਦਿੱਤਾ ਜਾਂਦਾ ਮਹਾਂਪੁਰਸ਼ਾਂ ਵੱਲੋਂ ਕਿ ਬਸੰਤ ਰੁੱਤ ਤੋਂ ਵੀ ਪਹਿਲਾਂ ਜਿਹੜੀ ਪਾਰ ਬ੍ਰਹਮ ਪਰਮੇਸ਼ਰ ਦੀ ਬਾਣੀ ਹੈ, ਅਕਾਲ ਪੁਰਖ ਦਾ ਰੂਪ ਹੈ, ਉਹ ਤਾਂ ਬਸੰਤ ਰੁੱਤ ਤੋਂ ਵੀ ਪਹਿਲਾਂ ਮੌਲੀ ਹੋਈ ਹੈ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਬਸੰਤ ਰਿਤੂ ਤੋਂ ਵੀ ਪਹਿਲਾਂ ਮੌਲਿਆ ਨਾ, ਇਸ ਕਰਕੇ ਪਹਿਲਾਂ ਹੀ ਆਰੰਭਤਾ ਹੋ ਜਾਂਦੀ ਹੈ ਬਸੰਤ ਰਾਗ ਦੀ। ਸੁਬਹ ਅੰਮ੍ਰਿਤ ਵੇਲੇ ਉੱਠਣਾ ਹੁੰਦਾ। ਜਿਸ ਨੇ ਅੰਮ੍ਰਿਤ ਵੇਲੇ ਉੱਠਣਾ ਨਾ, ਉਹ ਰਾਤ ਨੂੰ ਹੀ ਤਿਆਰੀ ਕਰ ਲੈਂਦਾ। ਸਾਰੀ ਰਾਤ ਹਲੇ ਪਈ ਹੁੰਦੀ ਹੈ, ਪਰ ਉਹ ਕੀਰਤਨ ਸੋਹਿਲਾ ਕਰਕੇ ਅਰਦਾਸ ਕਰਦਾ, ਅੰਮ੍ਰਿਤ ਵੇਲਾ ਬਖਸ਼ਿਓ ਮਹਾਰਾਜ। ਹਲੇ ਅੰਮ੍ਰਿਤ ਵੇਲਾ 7-8 ਘੰਟਿਆਂ ਬਾਅਦ ਆਉਣਾ ਹੈ, ਪਰ ਉਹਦੇ ਮਨ ਵਿੱਚ ਭਾਵਨਾ ਪਹਿਲਾਂ ਵੀ ਅੰਮ੍ਰਿਤ ਵੇਲੇ ਉੱਠਣਾ। ਇਸੇ ਤਰ੍ਹਾਂ ਜੇ ਬਸੰਤ ਰਿਤੂ ਫੱਗਣ ਚੇਤਰ ਵਿੱਚ ਸ਼ੁਰੂ ਹੋਣੀ ਹੈ, ਪਰ ਪਹਿਲਾਂ ਹੀ ਚਾਹ ਹਿਰਦੇ ਵਿੱਚ ਕਿ ਉਹ ਤਾਂ ਬਸੰਤ ਰਿਤੂ ਤੋਂ ਵੀ ਪਹਿਲਾਂ ਹੈ ਨਾ ਅਕਾਲ ਪੁਰਖ। ਇਹ ਦ੍ਰਿਸ਼ਟਾਂਤ ਮਹਾਂਪੁਰਸ਼ ਦਿੰਦੇ ਆ ਕਿ ਬਸੰਤ ਰੁੱਤ ਤੋਂ ਵੀ ਪਹਿਲਾਂ ਜਿਹੜਾ ਮੌਲਿਆ ਹੋਇਆ, ਖਿੜਿਆ ਹੋਇਆ, ਜਿਤ ਮੌਲਿਐ ਸਭ ਮੌਲੀਐ
ਤਿਸੈ ਨਾ ਮੋਲਿਓ ਕੋਏ। ਉਹਦੇ ਖਿੜਨ ਕਰਕੇ ਸਾਰੇ ਖਿੜੇ ਨੇ। ਮੌਲਿਓ ਦਾ ਅਰਥ ਕਰਾਂਗੇ ਖਿੜਿਆ ਹੋਇਆ। ਉਹ ਖਿੜਿਆ ਤੇ ਉਹਦੇ ਕਰਕੇ ਸਾਰੀ ਸੰਸਾਰ ਦੀ ਪ੍ਰਕਿਰਤੀ, ਸਾਰੇ ਜਗਤ ਦੇ ਜੀ ਖਿੜੇ ਹੋਏ ਨੇ। ਜਿਤ ਮੌਲਿਆ ਸਭ ਮੌਲੀ ਹੈ। ਜਿਸ ਦੇ ਮੌਲਿਆਂ, ਜਿਸ ਦੇ ਖਿੜਿਆਂ, ਸਾਰੇ ਖਿੜੇ ਹੋਏ ਨੇ। ਤੇ ਫਿਰ ਤਿਸੈ ਨਾ ਮੌਲਿਓ ਕੋਏ, ਕਹਿੰਦੇ ਉਹਦੇ ਖਿੜਾਇਆ ਸਾਰੇ ਖਿੜਦੇ ਨੇ, ਪਰ ਉਹਨੂੰ ਖਿਡਾਉਣ ਵਾਲਾ ਕੋਈ ਨਹੀਂ, ਉਹ ਖੁਦ ਖਿੜਿਆ ਹੋਇਆ ਆਪ। ਤਿਸੈ ਨਾ ਮੌਲਿਓ ਕੋਈ, ਉਹਨੂੰ ਥੋੜੀ ਕੋਈ ਖਿਡਾਉਂਦਾ, ਉਹ ਸਾਰੀ ਪ੍ਰਕਿਰਤੀ ਨੂੰ ਖਿਡਾਉਂਦਾ, ਪਰ ਉਹ ਆਪ ਕਿਸੇ ਦੇ ਖਿਡਾਇਆ ਨਹੀਂ ਖਿੜਦਾ। ਕੋਈ ਮਨ 'ਚ ਭੁਲੇਖਾ ਹੋਵੇ ਕਿਸੇ ਦੇ ਵੀ ਉਹਨੂੰ ਵੀ ਕਿਸੇ ਨੇ ਖਿਡਾਇਆ ਹੋਣਾ, ਨਾ ਭਾਈ, ਉਹ ਖੁਦ ਖਿੜਿਆ ਹੋਇਆ। ਇਸੇ ਕਰਕੇ ਉਹਨੂੰ ਕਹਿੰਦੇ ਨੇ ਸੈਭੰ, ਉਹ ਆਪਣੇ ਆਪ ਤੋਂ ਖਿੜਿਆ ਹੋਇਆ। ਉਹਨੇ ਸਾਰੀ ਪ੍ਰਕਿਰਤੀ ਨੂੰ ਖਿਡਾਇਆ, ਸਾਰੀ ਬਨਸਪਤੀ ਨੂੰ ਖਿਡਾਇਆ। ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਪਰ ਉਹਨੂੰ ਕਿਸੇ ਨੇ ਨਹੀਂ ਖਿਡਾਇਆ, ਉਹ ਖੁਦ ਖਿੜਿਆ ਹੋਇਆ ਹੈ। ਮਹੱਲਾ ਦੂਜਾ। ਪਹਿਲ ਬਸੰਤੈ ਆਗਮਨ, ਤਿਸ ਕਾ ਕਰੋ ਵਿਚਾਰ। ਦੂਜੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਹੀ ਉਸੇ ਵਿਚਾਰ ਨੂੰ ਅੱਗੇ ਲੜੀ 'ਚ ਪਰੋਂਦੇ ਨੇ ਗੁਰੂ ਅੰਗਦ ਸਾਹਿਬ। ਜੋ ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਗੁਰੂ ਬਾਬਾ ਜੀ ਨੇ ਕਿਹਾ, ਉਹ ਹੁਣ ਗੁਰੂ ਅੰਗਦ ਸਾਹਿਬ ਜੀ ਵੀ ਵਿਚਾਰਦੇ ਨੇ। ਕਹਿੰਦੇ ਬਸੰਤ ਦੇ ਆਗਮਨ ਤੋਂ ਪਹਿਲਾਂ, ਪਹਿਲ ਬਸੰਤ ਹੈ ਆਗਮਨ, ਜਿਹੜਾ ਬਸੰਤ ਤੋਂ ਵੀ ਪਹਿਲਾਂ ਸੀ, ਉਸ ਬ੍ਰਹਮ ਦੀ ਵਿਚਾਰ ਕਰੋ। ਤਿਸ ਕਾ ਕਰੋ ਵਿਚਾਰ, ਉਹਦੀ ਵਿਚਾਰ ਕਰੋ ਭਾਈ। ਬਸੰਤ ਰੁੱਤ ਤੋਂ ਆਰੰਭਤਾ ਮੰਨਦੇ ਹੋ ਰੁੱਤਾਂ ਦੀ, ਪਰ ਜਿਹੜਾ ਇਸ ਰੁੱਤ ਤੋਂ ਵੀ ਪਹਿਲਾਂ ਸੀ ਹੈ, ਮਹਾਰਾਜ ਜੀ ਕਹਿੰਦੇ ਉਹਦੀ ਵਿਚਾਰ ਕਰੋ। ਨਾਨਕ ਸੋ ਸਲਾਹੀਐ, ਜੇ ਸਭ ਸੈ ਦੇ ਆਧਾਰ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਲਾਹੀਏ, ਉਸ ਨੂੰ ਵਡਿਆਈਏ, ਉਸ ਦੀਆਂ ਸਿਫਤਾਂ ਕਰੀਏ, ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ। ਜੇ ਸਭ ਸੈ ਦੇ ਆਧਾਰ, ਜਿਹੜਾ ਸਾਰਿਆਂ ਦਾ ਆਧਾਰ ਹੈ, ਸਾਰਿਆਂ ਦਾ ਆਸਰਾ ਹੈ, ਜੋ ਸਰਬੱਤਰ ਜੀਵਾਂ ਦਾ ਆਸਰਾ ਹੈ, ਉਸ ਨੂੰ ਸਲਾਹੀਏ, ਉਸ ਨੂੰ ਵਡਿਆਈਏ। ਮਹੱਲਾ ਦੂਜਾ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਉਚਾਰਦੇ ਹਨ, ਮਿਲੇ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ। ਪਾਤਸ਼ਾਹ ਕਹਿੰਦੇ ਮਿਲਿਆ, ਮਿਲਿਆ ਨਾ ਮਿਲੈ। ਮਿਲਿਆ, ਇੱਥੇ ਥੋੜਾ ਜਿਹਾ ਰੁਕ ਜਾਈਏ ਤੇ ਵਿਚਾਰ ਹੋਵੇਗੀ। ਜਿਹੜੇ ਮਿਲੇ ਹੋਏ ਨੇ ਵਿਸ਼ਿਆਂ ਵਿਕਾਰਾਂ 'ਚ, ਜਿਹੜੇ ਪਦਾਰਥਾਂ ਵਿੱਚ ਮਿਲੇ ਹੋਏ ਨੇ, ਵਿਸ਼ਿਆਂ 'ਚ ਮਿਲੇ ਹੋਏ ਨੇ, ਮਿਲਿਆ ਉਹਨਾਂ ਨੂੰ ਮਿਲ ਕੇ, ਨਾ ਮਿਲਿਆ ਰੱਬ ਨਹੀਂ ਮਿਲਦਾ। ਜਿਹੜੇ ਵਿਸ਼ਿਆਂ 'ਚ ਮਿਲੇ ਹੋਏ ਨੇ ਉਹਨਾਂ ਨਾਲ ਮਿਲ ਕੇ ਰੱਬ ਨਹੀਂ ਮਿਲਦਾ। ਪੁੱਛਿਆ ਮਹਾਰਾਜ ਕਿਹਨਾਂ ਨਾਲ ਮਿਲਿਆ ਰੱਬ ਮਿਲਦਾ? ਪਾਤਸ਼ਾਹ ਕਹਿੰਦੇ ਮਿਲੈ ਮਿਲਿਆ ਜੇ ਹੋਏ। ਜੇ ਰੱਬ ਨਾਲ ਮਿਲਿਆ ਹੋਇਆਂ ਨਾਲ ਮਿਲੋਗੇ ਫਿਰ ਤੁਹਾਡਾ ਉਸ ਰੱਬ ਨਾਲ ਮੇਲ ਹੋਵੇਗਾ। ਜਿਨ੍ਹਾਂ ਬਾਬਤ ਆਪਾਂ ਰੋਜ਼ ਮੰਗ ਕਰਦੇ ਹਾਂ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹੋ ਜੇ ਨਾਲ ਗੁਰਮੁਖਾਂ ਨਾਲ ਮਿਲਿਆ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨਾਲ ਮੇਲ ਹੋ ਸਕਦਾ। ਹਾਂਜੀ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਹੁਣ ਗੱਲਾਂ ਨਾਲ ਸਾਰੇ ਕਹਿੰਦੇ ਅਸੀਂ ਮਿਲੇ ਹਾਂ ਮਿਲੇ ਹਾਂ ਮਿਲੇ ਹਾਂ ਰੱਬ ਨੂੰ। ਅਸੀਂ ਰੱਬ ਵੇਖਿਆ ਜੀ, ਅਸੀਂ ਰੱਬ ਨੂੰ, ਗੱਲਾਂ ਵਾਲੇ ਤਾਂ ਬੜੇ ਨੇ। ਪਾਤਸ਼ਾਹ ਕਹਿੰਦੇ ਆ ਗੱਲਾਂ ਨਾਲ ਨਹੀਂ ਮਿਲਦਾ। ਜਿਹੜੇ ਅੰਦਰੋਂ ਆਤਮ ਸਰੂਪ ਨਾਲ ਪਰਮੇਸ਼ਰ ਨਾਲ ਮਿਲ ਗਏ ਨੇ, ਅੰਤਰਾਤਮੇ ਜਿਹੜੇ ਮਿਲੇ ਹੋਏ ਨੇ, ਅਸਲ ਵਿੱਚ ਉਹੀ ਮਿਲੇ ਹੋਏ ਕਹੇ ਜਾ ਸਕਦੇ ਨੇ, ਜਿਹੜੇ ਅੰਦਰੋਂ ਮਿਲੇ ਹੋਏ ਨੇ।
ਬਾਹਰੋਂ ਮਿਲਣ ਦੀਆਂ ਗੱਲਾਂ ਕਰਨ ਵਾਲੇ ਨਹੀਂ ਮਿਲੇ ਹੋਏ। ਜਿਹੜੇ ਅੰਤਰਾਤਮੇ ਮਿਲ ਗਏ ਨੇ ਉਸ ਵਾਹਿਗੁਰੂ ਨਾਲ, ਅੰਤਰਾਤਮੇ ਅਸਲ ਵਿੱਚ ਉਹ ਮਿਲੇ ਹੋਏ ਨੇ। ਹਾਂਜੀ। ਪੌੜੀ ਹਰ ਹਰ ਨਾਮ ਸਲਾਹੀਐ, ਸਚ ਕਾਰ ਕਮਾਵੈ। ਪੌੜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਨੇ, ਹੇ ਭਾਈ ਹਰੀ ਦਾ ਨਾਮ ਸਲਾਈਏ, ਹਰੀ ਦੇ ਨਾਮ ਦੀ ਆਰਾਧਨਾ ਕਰੀਏ ਤੇ ਸੱਚੀ ਕਾਰ ਕਮਾਈਏ। ਸੱਚੀ ਕਾਰ ਜਿਹੜੀ ਗੁਰੂ ਨੇ ਦੱਸੀ ਹੈ, ਗੁਰੂ ਦੀ ਦੱਸੀ ਹੋਈ ਕਾਰ ਕਮਾਈਏ। ਦੂਜੀ ਕਾਰੈ ਲੱਗਿਆ ਫਿਰ ਜੂਨੀ ਪਾਵੈ। ਜਿਹੜੇ ਦੂਜੀ ਕਾਰ ਵਿੱਚ ਦੁਬਦਾ ਵਿੱਚ ਲੱਗੇ ਹੋਏ ਨੇ ਉਹ ਜੂਨੀਆਂ 'ਚ ਪਾਏ ਜਾਂਦੇ ਨੇ, ਉਹ ਜੂਨੀਆਂ 'ਚ ਭਟਕਾਏ ਜਾਂਦੇ ਨੇ। ਜਿਹੜੇ ਗੁਰੂ ਦੀ ਦੱਸੀ ਕਾਰ ਨੂੰ ਛੱਡ ਕੇ ਆਪ ਹੁਦਰੀਆਂ ਕਾਰਾਂ ਕਰਦੇ ਨੇ ਉਹ ਦੂਜੇ ਭਾਵ ਵਿੱਚ ਲੱਗੇ ਹੋਏ ਫਿਰ ਜੂਨੀਆਂ 'ਚ ਪਾਏ ਜਾਂਦੇ ਹਨ। ਨਾਮ ਰਤਿਆ ਨਾਮ ਪਾਈਐ, ਨਾਮੇ ਗੁਣ ਗਾਵੈ। ਜੇ ਨਾਮ ਦੇ ਰੰਗ ਵਿੱਚ ਰਤੇ ਹੋਏ ਹੋ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੇ ਰੰਗ ਵਿੱਚ ਰੰਗਿਆ ਹੋਇਆਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਔਰ ਉਹ ਫਿਰ ਨਾਮ ਦੇ ਹੀ ਗੁਣ ਗਾਇਨ ਕਰਦੇ ਹਨ। ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸੁਮਾਵੈ। ਜਿਹੜੇ ਗੁਰੂ ਕੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਸਲਾਉਂਦੇ ਨੇ ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ 'ਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ। ਸਤਿਗੁਰਾਂ ਦੀ ਸੇਵਾ ਸਫਲ ਹੈ, ਸਫਲ ਹੈ, ਸਫਲ ਹੈ। ਜਿਹੜੇ ਸੇਵਾ ਕਰਦੇ ਨੇ ਗੁਰੂ ਕੀ ਉਹ ਫਲ ਪ੍ਰਾਪਤ ਕਰਦੇ ਹਨ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਇੱਥੇ ਵੀ ਕਹਿੰਦੇ ਸਤਿਗੁਰ ਸੇਵਾ ਸਫਲ ਹੈ, ਸੇਵਿਆ ਫਲ ਪਾਵੈ। ਜਿਹੜੇ ਸੇਵਾ ਕਰਨਗੇ ਭਾਈ ਗੁਰੂ ਕੀ ਉਹ ਸੇਵਾ ਕਰਕੇ ਫਲ ਪ੍ਰਾਪਤ ਕਰਨਗੇ। ਸ਼ਲੋਕ ਮਹਲਾ ਦੂਜਾ। ਸ਼ਲੋਕ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਉਚਾਰਦੇ ਹਨ। ਕਿਸ ਹੀ ਕੋਈ ਕੋਏ, ਮਨ ਨਿਮਾਣੀ ਇੱਕ ਤੂੰ। ਧੰਨ ਗੁਰੂ ਅੰਗਦ ਦੇਵ ਸਾਹਿਬ ਫਰਮਾਉਂਦੇ, ਹੇ ਵਾਹਿਗੁਰੂ, ਹੇ ਗੁਰੂ ਨਾਨਕ ਸਾਹਿਬ, ਕਿਸੇ ਦਾ ਕੋਈ ਆਸਰਾ ਤੇ ਕਿਸੇ ਦਾ ਕੋਈ। ਸਭ ਨੇ ਧਿਰਾਂ ਬਣਾਈਆਂ ਹੋਈਆਂ ਆਪਣੀ, ਮੇਰੀ ਫਲਾਣੀ ਧਿਰ, ਮੇਰੀ ਅਮਕੀ ਧਿਰ। ਉਹਨਾਂ ਨੂੰ ਆਪਣੀਆਂ ਉਹਨਾਂ ਧਿਰਾਂ ਦਾ ਆਸਰਾ ਹੈ, ਆਪਣੀਆਂ ਉਹਨਾਂ ਧੜੇ ਬੰਦੀਆਂ ਦਾ ਆਸਰਾ ਹੈ। ਹੇ ਮੇਰੇ ਰੱਬਾ, ਮੈਂ ਨਿਮਾਣੀ ਦੇ ਆਸਰੇ ਤੁਸੀਂ ਹੋ। ਗੁਰੂ ਨਾਨਕ ਸਾਹਿਬ, ਤੁਹਾਡੇ ਬਿਨਾਂ ਮੇਰਾ ਕੋਈ ਆਸਰਾ ਨਹੀਂ। ਮੈਂ ਨਿਮਾਣੀ ਦੇ ਆਸਰੇ ਤੁਸੀਂ ਹੋ। ਸਗਲ ਦੁਆਰ ਕੋ ਛਾੜ ਕੇ ਕਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਮੈਂ ਤੱਕੀ ਤਉ ਸ਼ਰਣਾਏ ਜੀ। ਮਹਾਰਾਜ, ਮੈਨੂੰ ਨਿਮਾਣੀ ਨੂੰ ਇੱਕ ਤੁਹਾਡਾ ਆਸਰਾ, ਕਿਸੇ ਦਾ ਹੋਵੇਗਾ ਕੋਈ ਆਸਰਾ। ਕਿਸੇ ਨੂੰ ਆਪਣੀ ਚਲਾਕੀ ਤੇ ਆਸਰਾ ਹੈ ਵੀ ਮੈਂ ਬੜਾ ਚਲਾਕ ਹਾਂ, ਕਿਸੇ ਦੇ ਹੱਥ ਨਹੀਂ ਆਉਂਦਾ। ਕਿਸੇ ਨੂੰ ਆਪਣੀ ਪੜ੍ਹੀ ਵਿਦਿਆ ਦਾ ਮਾਣ ਗਰੂਰ ਹੈ। ਮਹਾਰਾਜ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਮੈਂ ਨਿਮਾਣੀ ਦੇ ਆਸਰੇ, ਹੈ ਗੁਰੂ ਨਾਨਕ ਸਾਹਿਬ, ਕੇਵਲ ਇੱਕ ਤੁਸੀਂ ਹੋ। ਕਿਉਂ ਨਾਮ ਰੀਜੈ ਰੋਏ, ਜਾ ਲਗ ਚਿਤ ਨ ਆਵਹੀ। ਕਿਉਂ ਨਾ ਰੋ ਰੋ ਕੇ ਮਰ ਜਾਈਏ ਜੇ ਰੱਬ ਚੇਤੇ ਨਾ ਆਵੇ। ਜੇ ਰੱਬ ਚੇਤੇ ਨਾ ਆਵੇ, ਅਕਾਲ ਪੁਰਖ ਚੇਤੇ ਨਾ ਆਵੇ। ਕਿਉਂ ਨਾ ਮਰੀਜੈ ਰੋਏ, ਜਾ ਲਗ ਚਿਤ ਨਾ ਆਵਹੀ। ਜੋ ਰੱਬ ਚੇਤੇ ਨਹੀਂ ਆਉਂਦਾ, ਅਕਾਲ ਪੁਰਖ ਚੇਤੇ ਨਹੀਂ ਆਉਂਦਾ, ਤਾਂ ਫਿਰ ਉਹਦੇ ਵਿਛੋੜੇ ਵਿੱਚ ਰੋ ਰੋ ਕੇ ਕਿਉਂ ਨਾ ਮਰ ਜਾਈਏ। ਮਹਲਾ ਦੂਜਾ। ਜਾਂ ਸੁਖ ਤਾਂ ਸੁਹਰਾਵਿਓ, ਦੁੱਖ ਭੀ ਸੰਭਾਲਿਓ ਏ। ਜੇ ਸੁਖ ਹੈ ਤਾਂ 100 ਨੂੰ ਰਾਵੀਏ,
ਜੇ ਸੁਖੀ ਹੋ ਤਾਂ ਵੀ ਉਸ ਦਾ ਚਿੰਤਨ ਕਰੀਏ, ਤੇ ਜੇ ਸਾਡੇ ਕੀਤੇ ਕਰਮਾਂ ਮੁਤਾਬਕ ਕੋਈ ਦੁੱਖ ਆ ਜਾਏ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਵੀ ਉਸ ਨੂੰ ਸੰਭਾਲੀਏ ਤਾਂ ਜੋ ਦੁੱਖ ਦੂਰ ਹੋ ਜਾਏ। ਜੇ ਸੁੱਖ ਹੈ ਤਾਂ ਉਹਨੂੰ ਅਰਾਧੀਏ, ਭੁੱਲੀਏ ਨਾ। ਤੇ ਜੇ ਦੁੱਖ ਆ ਜਾਏ, ਕੋਈ ਤਕਲੀਫ ਆ ਜਾਏ ਤਾਂ ਕਹਿੰਦੇ ਉਦੋਂ ਵੀ ਨਾ ਭੁੱਲੀਏ, ਉਦੋਂ ਵੀ ਉਹਨੂੰ ਸੰਭਾਲੀਏ ਤਾਂ ਜੋ ਦੁੱਖ ਦੀ ਨਿਵਰਤੀ ਹੋ ਜਾਏ। ਹਰੀ ਦਾ ਨਾਮ ਦੁੱਖ ਹਰ ਲੈਂਦਾ ਨਾ, ਇਸ ਕਰਕੇ ਕਹਿੰਦੇ ਦੁੱਖ ਦੇ ਵਿੱਚ ਵੀ ਉਸ ਨੂੰ ਸੰਭਾਲੀਏ, ਉਸ ਨੂੰ ਅਰਾਧੀਏ। ਨਾਨਕ ਕਹਿ ਸਿਆਣੀਏ ਇਉ ਕੰਤ ਮਿਲਾਵਾ ਹੋਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਆ, ਹੇ ਸਿਆਣੀਏ ਜੀਵ ਰੂਪੀ ਇਸਤਰੀਏ, ਜੇ ਤੂੰ ਦੁੱਖ ਸੁੱਖ ਵਿੱਚ ਉਸ ਨੂੰ ਰਾਵੇਂ, ਉਸ ਨੂੰ ਅਰਾਧੇ, ਉਸ ਨੂੰ ਧਿਆਵੇਂ ਤਾਂ ਇਉਂ ਇਸ ਤਰ੍ਹਾਂ ਤੇਰਾ ਉਸ ਕੰਤ ਪਤੀ ਪ੍ਰਮਾਤਮਾ ਨਾਲ ਮਿਲਾਪ ਹੋਵੇਗਾ। ਇਉਂ ਕੰਤ ਮਿਲਾਵਾ ਹੋਏ, ਇਉਂ ਇਸ ਤਰ੍ਹਾਂ ਤੇਰਾ ਉਸ ਕੰਤ ਨਾਲ, ਵਾਹਿਗੁਰੂ ਨਾਲ, ਨਿਰੰਕਾਰ ਨਾਲ ਮਿਲਾਪ ਹੋਵੇਗਾ। ਪੌੜੀ ਹਉ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਇਹ ਮੇਰੇ ਮਾਲਕ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਉਂਦੇ ਆ, ਪੌੜੀ ਇਹ ਅਖੀਰਲੀ ਪੌੜੀ ਹੈ ਸੂਹੀ ਦੀ ਵਾਰ ਦੀ। ਇੱਥੇ ਸੂਹੀ ਦੀ ਵਾਰ ਸਮਾਪਤ ਹੋ ਜਾਂਦੀ ਹੈ। ਕਹਿੰਦੇ ਹੇ ਵਾਹਿਗੁਰੂ, ਮੈਂ ਨਿਕਾ ਜਿਹਾ ਕਿਰਮ ਜੰਤ ਕੀ ਸਲਾਹਾਂ ਤੈਨੂੰ, ਤੇਰੀ ਵਡਿਆਈ ਬੜੀ ਵੱਡੀ ਹੈ। ਮੈਂ ਨਿਕਾ ਜਿਹਾ ਜੰਤੋ ਵੀ ਕਿਰਮ ਜੰਤ ਕੀ ਸਲਾਹਾਂ, ਵੱਡੀ ਤੇਰੀ ਵਡਿਆਈ, 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 ਵੱਡੀ ਤੇਰੀ ਵਡਿਆਈ। ਮਹਾਰਾਜ ਤੁਹਾਡੀ ਵਡਿਆਈ ਵੱਡੀ ਹੈ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਮਹਾਰਾਜ ਤੂੰ ਤੇ ਵੱਡਿਆਂ ਤੋਂ ਵੱਡਾ ਹੈ। ਮੈਂ ਨਿਕਾ ਜਿਹਾ ਕਿਰਮ ਜੰਤ, ਤੇਰੀ ਕੀ ਵੱਡੀ ਵਡਿਆਈ ਨੂੰ ਕਥਨ ਕਰਾਂ, ਨਾਲੇ ਕਿੰਨੀ ਕੁ ਵਡਿਆਈ ਕਹਿ ਸਕਾਂਗਾ। ਹਾਂਜੀ, ਤੂੰ ਅਗੰਮ ਦਇਆਲ ਅਗੰਮ ਹੈ, ਆਪ ਲੈ ਮਿਲਾਏ। ਹੇ ਵਾਹਿਗੁਰੂ, ਤੂੰ ਅਗੰਮ ਹੈ, ਦਇਆ ਕਰਨ ਵਾਲਾ ਦਿਆਲ ਹੈ। ਤੇ ਫਿਰ ਕਹਿੰਦੇ ਅਗੰਮ ਹੈ, ਮਨ ਕਰਕੇ ਵੀ ਅਗੰਮ ਹੈ, ਸਰੀਰ ਕਰਕੇ ਵੀ ਅਗੰਮ ਹੈ। ਆਪ ਲਹਿ ਮਿਲਾਈ, ਜਿਨ੍ਹਾਂ ਨੂੰ ਵੀ ਆਪਣੇ ਨਾਲ ਮਿਲਾਉਂਦੇ ਹੋ, ਆਪ ਖੁਦ ਮਿਲਾਉਂਦੇ ਹੋ। ਆਪ ਤਰਸ ਕਰਦੇ ਹੋ ਨਾ ਜਦੋਂ, ਫਿਰ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ। ਜਿਹੜੇ ਤੁਹਾਡੇ ਦਰ ਤੇ ਟਹਿ ਪੈਂਦੇ ਆ ਨਾ, ਉਹਨਾਂ ਨੂੰ ਮੇਲ ਲੈਂਦੇ ਹੋ, ਉਹਨਾਂ ਨੂੰ ਆਪਣੇ ਚ ਅਭੇਦ ਕਰ ਲੈਂਦੇ ਹੋ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਏ। ਇਹ ਪ੍ਰਭੂ ਮੇਰਾ ਤੇਰੇ ਬਿਨਾ ਕੋਈ ਬੇਲੀ ਨਹੀਂ, ਤੇਰੇ ਬਿਨਾ ਕੌਣ ਹੈ ਬੇਲੀ ਮੇਰਾ? ਕੋਈ ਬੇਲੀ ਨਹੀਂ। ਹਰ ਜਗ੍ਹਾ ਤੇ, ਹਰ ਥਾਂ ਤੇ ਤੂੰ ਹੀ ਮੇਰਾ ਸਖਾਈ ਹੈ, ਮੇਰੇ ਨਾਲ ਨਿਭਣ ਵਾਲਾ। ਤੇਰੇ ਬਿਨਾ ਕੋਈ ਬੇਲੀ ਨਹੀਂ। ਹਰ ਦੁੱਖ ਸੁੱਖ ਵਿੱਚ, ਹਰ ਜਗ੍ਹਾ ਤੇ, ਹਰ ਥਾਂ ਤੇ ਮਹਾਰਾਜ ਤੁਸੀਂ ਮੇਰੇ ਸਖਾਈ ਹੋ, ਤੁਸੀਂ ਮੇਰੇ ਮਿੱਤਰ ਹੋ। ਤਦੇ ਤੇ ਮੱਖਣ ਸ਼ਾਹ ਨੇ ਆ ਕੇ ਕਿਹਾ ਸੀ ਨਾ, ਅੱਜ ਦੇ ਦਿਨ ਜਿਹੜੀ ਯਾਦ ਆਪਾਂ ਮਨਾ ਰਹੇ ਹਾਂ, ਇਹ ਦਿਨ ਭਾਵੇਂ ਹੋਰ ਤਿੱਥਾਂ ਮੁਤਾਬਕ ਹੈ, ਪਰ ਯਾਦ ਅੱਜ ਦੇ ਦਿਨ ਕੀਤਾ ਜਾਂਦਾ ਇਸ ਦਿਨ ਨੂੰ, ਕਿ ਜਦੋਂ ਬੇੜਾ ਬੰਨੇ ਲਾਇਆ, ਗੁਰੂ ਸਾਹਿਬ ਨੇ ਸਹਾਇਤਾ ਕੀਤੀ ਤੇ ਗੱਜ ਕੇ ਆ ਕੇ ਆਖਿਆ, ਭੁੱਲੀਏ ਸੰਗ ਤੇ ਗੁਰ ਲੱਦ ਹੋ ਰੇ, ਗੁਰ ਲੱਦ ਹੋ ਰੇ।
ਜਿਹੜਾ ਹਰ ਜਗ੍ਹਾ ਤੇ ਸਾਡੀ ਸਹਾਇਤਾ ਕਰਨ ਵਾਲਾ ਹੈ, ਉਸ ਗੁਰੂ ਨੂੰ ਲੱਭ ਲਿਆ, ਉਸ ਗੁਰੂ ਨੂੰ ਪਾਲ ਲਿਆ। ਮੇਰਾ ਹਰੀ ਪਰਮੇਸ਼ਰ ਤੋਂ ਬਿਨਾਂ ਕੋਈ ਬੇਲੀ ਨਹੀਂ, ਤੂੰ ਅੰਤ ਸਖਾਈ। ਮਹਾਰਾਜ, ਅੰਤ ਵੇਲੇ ਤੂੰ ਹੀ ਮੇਰਾ ਸਖਾਈ ਹੈ, ਮੇਰੇ ਨਾਲ ਨਿਭਣ ਵਾਲਾ ਹੈ। ਜੋ ਤੇਰੀ ਸ਼ਰਣਾਗਤੀ ਤਿਨ ਲਹਿ ਛਡਾਈ। ਏ ਪ੍ਰਭੂ, ਜਿਹੜੇ ਤੇਰੀ ਸ਼ਰਨ ਵਿੱਚ ਹਨ, ਤੇਰੀ ਪਨਾਹ ਵਿੱਚ ਹਨ, ਤਿਨ ਲਹਿ ਛਡਾਈ, ਉਹਨਾਂ ਨੂੰ ਤੁਸੀਂ ਛਡਾ ਲੈਂਦੇ, ਉਹਨਾਂ ਨੂੰ ਮੁਕਤੀ ਦਾ ਦਾਨ ਦੇ ਦਿੰਦੇ। ਜਿਹੜੇ ਤੁਹਾਡੀ ਸ਼ਰਨ ਵਿੱਚ ਨੇ ਮਹਾਰਾਜ, ਤੁਸੀਂ ਉਹਨਾਂ ਨੂੰ ਛੁਡਾ ਲੈਣ ਵਾਲੇ, ਉਹਨਾਂ ਨੂੰ ਮੁਕਤੀ ਦੇਣ ਵਾਲੇ ਹੋ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਸਾਹਿਬ ਫਰਮਾਉਂਦੇ ਹਨ ਕਿ ਮੇਰਾ ਉਹ ਮਾਲਕ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਪਰਵਾਹ ਕਿਹਨੂੰ ਹੁੰਦੀ ਹੈ? ਜਿਹਨੇ ਕਿਸੇ ਦੇ ਕੋਲੋਂ ਕੁਝ ਲੈਣਾ, ਉਹਨੂੰ ਉਹਦੀ ਪਰਵਾਹ ਹੁੰਦੀ ਹੈ। ਉਹਨੂੰ ਤਾਂ ਕਿਸੇ ਕੋਲੋਂ ਤਿਲ ਮਾਤਰ ਤਮਾ ਹੀ ਨਹੀਂ, ਉਹਨੇ ਤਾਂ ਦੇਣਾ ਹੀ ਦੇਣਾ, ਤੇ ਫਿਰ ਕਿਸੇ ਦੀ ਪਰਵਾਹ ਕਿਉਂ ਮੰਨੇ? ਜਿਹਨੂੰ ਕਿਸੇ ਕੋਲੋਂ ਤਿਲ ਮਾਤਰ ਵੀ ਤਮਾ ਹੀ ਨਹੀਂ ਹੈ, ਸਾਨੂੰ ਜਦੋਂ ਕਿਸੇ ਕੋਲੋਂ ਤਮਾ ਹੁੰਦੀ, ਅਸੀਂ ਉਹਦੀ ਪਰਵਾਹ ਮੰਨਾਂਗੇ, ਲੋਕਾਂ ਦੀ ਪਰਵਾਹ ਮੰਨਾਂਗੇ। ਸਾਨੂੰ ਇਹ ਹੈ ਵੀ ਲੋਕ ਸਾਡੀ ਸਿਫਤ ਕਰਨ, ਵਡਿਆਈ ਕਰਨ। ਅਸੀਂ ਬੇਪਰਵਾਹ ਦੀ ਅਵਸਥਾ 'ਚ ਥੋੜੀ ਵਿਚਰਦੇ ਹਾਂ। ਸਾਨੂੰ ਜਣੇ ਖਣੇ ਦੀ ਪਰਵਾਹ ਹੁੰਦੀ ਹੈ, ਹਰ ਇੱਕ ਦੀ ਪਰਵਾਹ ਹੁੰਦੀ ਹੈ। ਮਾਲਕ ਬੇਪਰਵਾਹ ਹੈ, ਕਿਉਂਕਿ ਉਹਨੂੰ ਕਿਸੇ ਕੋਲੋਂ ਵੀ ਤਿਲ ਮਾਤਰ ਤਮਾ ਨਹੀਂ ਵੀ ਮੈਂ ਇਹਦੇ ਕੋਲੋਂ ਕੁਝ ਲੈਣਾ। ਉਹ ਸਭ ਨੂੰ ਦੇਣ ਵਾਲਾ, ਸਭ ਦਾ ਦਾਤਾ ਹੈ। ਇੱਥੇ ਇਸ ਪੌੜੀ ਦੀ ਸਮਾਪਤੀ ਨਾਲ, 20ਵੀਂ ਪੌੜੀ ਦੀ ਸਮਾਪਤੀ ਨਾਲ ਸੂਹੀ ਕੀ ਵਾਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸਮਾਪਤ ਕਰਦੇ ਨੇ। ਅੱਗੇ ਭਗਤ ਬਾਣੀ ਪ੍ਰਾਰੰਭ ਹੋ ਰਹੀ ਹੈ। ਸੂਹੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਬਚਨ, ਉਹ ਅਗਲਿਆਂ ਪ੍ਰਕਰਨਾਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਰਾਖਾ ਏਕ ਹਮਾਰਾ ਸੁਆਮੀ, ਰਾਖਾ ਏਕ हमारा स्वामी। राखा एक हमारा स्वामी, राखा एक हमारा स्वामी। सगल कटा का अंतर जामे, सगल कटा का अंतर जामे। वाहिगुरु 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 वाहिगुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।